ਭਗਤ ਸਿਆਂ ਤੂੰ ਮੇਰੇ ਅਹਿਸਾਨਾਂ ਦਾ ਦੇਣਾ ਨਹੀਂ ਦੇ ਸਕਦਾ। ਪਰਸੋਂ ਰਾਤੀ ਮੈਂ ਰੱਟਾ ਮਾਰ ਕੇ ਕੱਲ ਤੇਰੇ ਸ਼ਹੀਦੀ ਦਿਹਾੜੇ ਤੇ ਜਦ ਕਵਿਤਾ ਬੋਲੀ ਤਾਂ ਪੰਜਾਬੀਆਂ ਨਾਲ ਭਰਿਆ ਹੋਇਆ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦੇਖ ਮੈਂ ਤੇਰੀ ਦੇਣ ਯਾਦ ਕਰਵਾ ਕੇ ਆਇਆ ਹਾਂ ਤੇਰੀ ਕੌਮ ਦੇ, ਉਹ ਵੀ ਤੇਰੇ ਵਰਗੀ ਪੱਗ ਬੰਨ ਕੇ ਤੇ ਤੇਰੇ ਵਰਗੀਆਂ ਮੁੱਛਾਂ ਰੱਖ ਕੇ। ਵੱਡੀ ਕੌਮ ਦੇ ਆ ਵੱਡਿਆ ਕੌਮੀ ਸਰਦਾਰਾ, ਤੂੰ ਮੇਰੀ ਦੇਣ ਨਹੀਂ ਦੇ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਵਿਰਾਸਤ ਮੀਡੀਆ ਤੇ ਮੈਂ ਜਸਵਿੰਦਰ ਯਾਦ। ਅੱਜ ਪੇਸ਼ ਹੋਇਆ ਹਾਂ ਇੱਕ ਰਿਪੋਰਟ ਲੈ ਕੇ, ਜਿਹਦੇ 'ਚ ਅਸੀਂ ਗੱਲਬਾਤ ਕਰਨੀ ਹੈ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਬਾਰੇ। ਇਹ ਗੱਲਬਾਤ ਦੇ ਵਿੱਚ ਸਾਡਾ ਜ਼ਿਕਰ ਰਹੂਗਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾ ਦਈਏ ਕਿ ਆਸਾਨ ਵੱਡੇ ਇਹ ਨਹੀਂ ਹੁੰਦੇ ਕਿ ਅਸੀਂ ਕਿਸੇ ਦੇ ਉੱਤੇ ਕਵਿਤਾ ਬੋਲ ਦਿੱਤੀ, ਅਸੀਂ ਪੀਲੀ ਪਗੜੀ ਸਜਾ ਲਈ, ਅਸੀਂ ਮੁੱਛਾਂ ਕੁੰਡੀਆਂ ਕਰ ਲਈਆਂ, ਤਾ ਦੇ ਲਿਆ, ਬੁਲਟ ਦੇ ਅੱਗੇ ਪਿੱਛੇ ਫੋਟੋਆਂ ਲਾ ਲਈਆਂ ਤੇ ਫੋਟੋਆਂ ਲਾ ਕੇ ਦੱਸ ਦਿੱਤਾ ਕਿ ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ। ਸਿਰਫ ਇਹੀ ਥੋੜਾ ਮਸਲੇ ਨੇ। ਇਸੇ ਤਰੀਕੇ ਨਾਲ ਥੋੜਾ ਤੁਸੀਂ ਭਗਤ ਸਿੰਘ ਨੂੰ ਜਾਣੋਗੇ, ਇਸੇ ਤਰੀਕੇ ਨਾਲ ਥੋੜਾ ਤੁਸੀਂ ਸੋਚ ਨੂੰ ਜਾਣੋਗੇ। ਜੇਕਰ ਤੁਸੀਂ ਸੋਚ ਨੂੰ ਜਾਣਨਾ ਹੈ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਜਾਣਨਾ ਹੈ, ਸਾਡੇ ਸ਼ਹੀਦਾਂ ਨੂੰ ਜਾਣਨਾ ਹੈ, ਤਾਂ ਸਾਨੂੰ ਉਹਨਾਂ ਦੀਆਂ ਤਵਾਰੀਖ ਨੂੰ ਜਾਣਨਾ ਪਊਗਾ, ਉਹਨਾਂ ਦੇ ਪਿਛੋਕੜ ਨੂੰ ਜਾਣਨਾ ਪਊਗਾ, ਸਾਡੇ ਅਮੀਰ ਵਿਰਸੇ ਨੂੰ ਜਾਣਨਾ ਪਊਗਾ ਤੇ ਜਾਣਨਾ ਪਊਗਾ ਕਿ ਉਹ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਜਿਉਂਦੇ ਸੀ। ਕੁਝ ਸਮਾਜਵਾਦੀ, ਕੁਝ ਆਦਰਸ਼ਵਾਦੀ ਸਿਰੇ ਤੋਂ ਖਾਰਜ ਕਰ ਦਿੰਦੇ ਨੇ ਕੁਝ ਗੱਲਾਂ ਨੂੰ ਕਿ ਨਾ ਜੇਕਰ ਸਾਈਡਾਂ ਤੋਂ ਵਾਲ ਕੱਟ ਲਏ ਤੇ ਵਾਲ ਖੜੇ ਕਰ ਲਏ ਤਾਂ ਤੂੰ ਸ਼ਹੀਦ ਆਜ਼ਮ ਭਗਤ ਸਿੰਘ ਵਰਗਾ ਹੋ ਨਹੀਂ ਸਕਦਾ। ਕੁਝ ਲੋਕ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਸਿਰਫ ਪਗੜੀ ਬੰਨਣ ਨਾਲ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਨਹੀਂ ਹੋ ਸਕਦੇ। ਪਰ ਮੈਂ ਦੋਨਾਂ ਗੱਲਾਂ ਨੂੰ ਮੁੱਢ ਤੋਂ ਖਾਰਜ ਕਰਦਾ ਹਾਂ। ਨਾ ਹੀ ਤਾਂ ਤੁਸੀਂ ਪਗੜੀ ਬੰਨਣ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਬਣਦੇ ਹੋ ਤੇ ਨਾ ਹੀ ਤੁਸੀਂ ਵਾਲ ਕੱਟਣ ਦੇ ਨਾਲ ਜਾਂ ਕਹਿ ਲਈਏ ਕਿ ਇਸ ਮਾਡਰਨ ਯੁੱਗ ਨੂੰ ਅਪਣਾਉਣ ਦੇ ਨਾਲ ਉਹਦੀ ਸੋਚ ਤੋਂ ਦੂਰ ਜਾਂਦੇ ਹੋ। ਸੋਚ ਹੁੰਦੀ ਹੈ ਇਤਿਹਾਸ ਦੇ ਵਿੱਚ, ਸੋਚ ਹੁੰਦੀ ਹੈ ਕਿਤਾਬ ਦੇ ਵਿੱਚ, ਤੇ ਸੋਚ ਹੁੰਦੀ ਹੈ ਤੁਹਾਡੀ ਮਾਨਸਿਕਤਾ ਦੇ ਵਿੱਚ, ਸੋਚ ਹੁੰਦੀ ਹੈ ਤੁਹਾਡੀ ਹੈਰੀਡਿਟੀ ਵਿੱਚ, ਤੇ ਸੋਚ ਹੁੰਦੀ ਹੈ ਤੁਹਾਡੇ এনवायरमेंट ਵਿੱਚ। ਤੁਸੀਂ ਕਿਸ ਤਰੀਕੇ ਦੇ এনवायरमेंट ਵਿੱਚ ਅੱਗੇ ਵਧਦੇ ਹੋ, ਤੁਸੀਂ ਕਿਸ ਤਰੀਕੇ ਦੇ ਨਾਲ ਸ਼ਹੀਦ ਆਜ਼ਮ ਜਾਂ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਹੋ, ਇੱਕ ਮਸਲਾ ਹੈ। ਮੈਂ ਕਵਿਤਾ ਦੀਆਂ ਦੋ ਕੁ ਲਾਈਨਾਂ ਜਿਹੜੀਆਂ ਬੋਲੀਆਂ ਸੀ ਇਹ ਦੱਸਦੀਆਂ ਸੀ ਕਿ ਅੱਜ ਸਾਡੇ ਨੌਜਵਾਨ ਇਸੇ ਗੱਲ ਦੇ ਵਿੱਚ ਹੀ ਆਪਣੇ ਆਪ ਨੂੰ ਵੱਡਾ ਸਮਝ ਲੈਂਦੇ ਨੇ ਕਿ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਕਵਿਤਾ ਬੋਲ ਦਿੱਤੀ ਹੈ, ਉਹ ਦੂਜਿਆਂ ਨਾਲੋਂ ਵੱਖਰੇ ਹੋ ਗਏ ਨੇ। ਉਹਨਾਂ ਨੇ ਰੱਟਾ ਮਾਰ ਕੇ ਰਾਤਾਂ ਨੂੰ ਜਾਗ ਕੇ ਉਹਨਾਂ ਬਾਰੇ ਪੜ੍ਹ ਲਿਆ। ਦੇਖੋ, ਪੜ੍ਹਨਾ ਚੰਗੀ ਗੱਲ ਹੈ, ਜਾਣਨਾ ਚੰਗੀ ਗੱਲ ਹੈ, ਪਰ ਪੜ੍ਹਨਾ ਤੇ ਜਾਣਨਾ ਸਿਰਫ ਤੇ ਸਿਰਫ ਨੰਬਰਾਂ ਦੇ ਲਈ ਜਾਂ ਬੋਲਣ ਦੇ ਲਈ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਉਸ ਨੂੰ ਤੁਸੀਂ ਪੜ੍ਹਨਾ ਕਾਹਦੇ ਲਈ ਹੈ? ਜ਼ਿੰਦਗੀ ਦੇ ਵਿੱਚ ਅਪਣਾਉਣ ਦੇ ਲਈ। ਸੋਚ ਨੂੰ ਸਿਰਫ ਤੇ ਸਿਰਫ ਸੋਚ ਤਿੱਕਰ ਨਾ ਰਹਿਣ ਦਿਓ, ਉਹਨੂੰ ਸਮਝ ਤਿੱਕਰ ਲੈ ਜਾਓ, ਜ਼ਿੰਦਗੀ ਤਿੱਕਰ ਲੈ ਜਾਓ ਤੇ ਜ਼ਿੰਦਗੀ ਦੇ ਨਾਲ ਜੋੜ ਲਵੋ ਜਾ ਕੇ, ਜੇ ਜੋੜ ਸਕਦੇ ਹੋ ਤਾਂ। ਚਲੋ ਗੱਲਬਾਤ ਕਰਦੇ ਹਾਂ। ਥੋੜਾ ਜਿਹਾ ਸਾਡੀ ਨਵੀਂ ਪੀੜ੍ਹੀ ਨੂੰ ਮੈਂ ਜਾਣੂ ਕਰਵਾ ਦੇਵਾਂ ਕਿ 28 ਸਤੰਬਰ 1907 ਲਾਇਲਪੁਰ, ਜਿਹਨੂੰ ਅੱਜ ਅਸੀਂ ਪਾਕਿਸਤਾਨ ਦੇ ਵਿੱਚ ਵੇਖਦੇ ਹਾਂ, ਪਿੰਡ ਬੰਗਾ ਸੀ ਜੀ, ਜਿੱਥੇ ਪਿਤਾ ਕ੍ਰਿਸ਼ਨ ਤੇ ਮਾਤਾ ਵਿਦਿਆਵਤੀ ਦੇ ਘਰ ਤੀਜੇ ਪੁੱਤਰ ਦੇ ਰੂਪ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਹੁੰਦਾ। ਜੇਕਰ ਗੱਲ ਕਹਿ ਦੇਵਾਂ ਕਿ ਪਿਤਾ ਕ੍ਰਿਸ਼ਨ ਤੇ ਚਾਚਾ ਅਜੀਤ ਪਹਿਲਾਂ ਹੀ ਗਦਰੀ ਪਾਰਟੀ ਦੇ ਨਾਲ ਜੁੜੇ ਹੋਏ ਸੀ। ਭਗਤ ਸਿੰਘ ਦਾ ਮੁੱਢਲਾ ਜੀਵਨ ਦਾ ਜਿਹੜਾ ਝੁਕਾਅ ਸੀ ਨਾ, ਉਹ ਸਮਾਜਵਾਦੀ ਸੀ। ਸਮਾਜਵਾਦੀ ਤੋਂ ਭਾਵ ਮੈਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਦੱਸੂਗਾ, ਜਿਹੜੇ ਸਮਾਜ ਦੇ ਵਿੱਚ ਤੁਲਨਾ ਚਾਹੁੰਦੇ ਨੇ, ਜਿਹੜੇ ਸਮਾਜ ਦੇ ਵਿੱਚ ਬਰਾਬਰੀ ਚਾਹੁੰਦੇ ਨੇ, ਜੋ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਹਰ ਇੱਕ ਕੋਲੇ ਏਕਾ ਅਧਿਕਾਰ ਹੋਵੇ, ਹਰੇਕ ਇੱਕ ਦੀ ਆਰਥਿਕਤਾ ਇੱਕੋ ਜਿਹੀ ਹੋਵੇ। ਸਾਡੀ ਨਵੀਂ ਪੀੜ੍ਹੀ ਮੈਨੂੰ ਧਿਆਨ ਨਾਲ ਸੁਣ ਲਵੇ। ਕਈ ਵਾਰੀ ਅਸੀਂ ਠੱਪਾ ਇੱਕ ਲਾ ਕੇ ਤੁਰ ਜਾਂਦੇ ਹਾਂ ਕਿ ਨਹੀਂ ਜੀ ਉਹ ਤਾਂ ਹਿੰਸਾ ਦੇ ਪੁਜਾਰੀ ਸੀ, ਨਹੀਂ ਜੀ ਉਹ ਤਾਂ ਹਥਿਆਰ ਨਾਲ ਗੱਲ ਕਰਦੇ ਸੀ, ਨਹੀਂ ਜੀ ਉਹ ਤਾਂ ਬੰਦੂਕਾਂ ਬੀਜਣ ਦੀ ਗੱਲ ਕਰਦੇ ਸੀ। ਹਾਂ, ਬੰਦੂਕਾਂ ਬੀਜਣ ਦੀ ਗੱਲ ਕਰਦੇ ਸੀ, ਹਥਿਆਰ ਦੀ ਗੱਲ ਕਰਦੇ ਸੀ, ਪਰ ਹਥਿਆਰ ਨੂੰ ਉਹ ਆਖਰੀ ਹਥਿਆਰ ਵਜੋਂ ਵਰਤਦੇ ਸੀ, ਨਾ ਕਿ ਪਹਿਲੇ ਹਥਿਆਰ ਵਜੋਂ ਵਰਤਦੇ ਸੀ। ਚਲੋ ਅੱਗੇ ਚੱਲਦੇ ਹਾਂ ਤਾਂ ਨਵਾਂ ਸ਼ਹਿਰ ਫਗਵਾੜਾ ਹਾਈਵੇ ਤੇ 11 ਕਿਲੋਮੀਟਰ ਦੀ ਦੂਰੀ ਤੇ ਵਸਿਆ ਜੀ ਪਿੰਡ ਖਟਕੜ ਕਲਾਂ, ਜੋ ਕਿ ਬੰਗਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ। ਦੁਆਬਾ ਚੰਗੀ ਤਰੀਕੇ ਨਾਲ ਜਾਣਦਾ ਹੋਊਗਾ, ਪਰ ਮਾਝਾ ਤੇ ਮਾਲਵਾ, ਖਾਸ ਕਰਕੇ ਮਾਲਵੇ ਦਾ ਉਹ ਏਰੀਆ ਜਿਹੜਾ ਬਾਰਡਰ ਦੇ ਨਾਲ ਲੱਗਦਾ ਹੈ, ਤੇ ਖਾਸ ਕਰਕੇ ਸਾਡੇ ਉਹ NRI ਵੀਰ ਤੇ ਉਹਨਾਂ ਦੇ ਬੱਚੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਇੱਕ ਅੱਧਾ ਵਾਰ ਗਏ ਨੇ ਜਾਂ ਗਏ ਹੀ ਨਹੀਂ, ਉੱਥੋਂ ਦੇ ਹੀ ਬੌਰਨ ਨੇ, ਉੱਥੇ ਹੀ ਵਸਦੇ ਨੇ, ਉਹਨਾਂ ਦੇ ਲਈ ਮੈਂ ਇਹ ਰਿਪੋਰਟ ਵਿਸ਼ੇਸ਼ ਤੌਰ ਤੇ ਕਰ ਰਿਹਾ ਕਿ ਆਪਣੇ ਬੱਚਿਆਂ ਨੂੰ ਜਦੋਂ ਵੀ ਤੁਸੀਂ ਕਦੇ ਪੰਜਾਬ ਪਰਤਦੇ ਹੋ ਤਾਂ ਆਪਣੇ ਘਰਾਂ, ਪਿੰਡਾਂ, ਗਲੀਆਂ ਨੂੰ ਤਾਂ ਤੁਸੀਂ ਦਿਖਾਉਣਾ ਹੀ ਦਿਖਾਉਣਾ ਹੈ। ਆਪਣੀਆਂ ਜ਼ਮੀਨਾਂ ਜਾਇਦਾਦਾਂ ਦੀ ਤਾਂ ਨਿਸ਼ਾਨਦੇਹੀ ਤੁਸੀਂ ਕਰਾਉਣੀ ਹੈ, ਨਾਲ ਦੀ ਨਾਲ ਆਪਣੇ ਇਤਿਹਾਸ ਦੀ, ਆਪਣੇ ਸ਼ਹੀਦਾਂ ਦੀ ਵੀ ਨਿਸ਼ਾਨਦੇਹੀ ਕਰਾਇਆ ਕਰੋ।
ਉਹਨਾਂ ਨੂੰ ਪਤਾ ਲੱਗ ਜੇ ਕਿ ਅਸੀਂ ਕਿਸ ਵਿਰਸੇ ਵਿੱਚੋਂ ਉੱਠ ਕੇ ਕਿਹੜੇ ਕਾਰਨਾਂ ਕਰਕੇ ਉਹਨਾਂ ਹੀ ਗੋਰਿਆਂ ਧਰਤੀਆਂ ਦੇ ਉੱਤੇ ਰਿਜ਼ਕ ਲਈ, ਕਿਰਤ ਲਈ, ਕੰਮ ਲਈ ਜਾ ਰਹੇ ਹਾਂ। ਪਰ ਖਟਕੜ ਕਲਾਂ ਦਾ ਇਤਿਹਾਸ ਤਾਂ ਬੜਾ ਅਮੀਰ ਹੈ ਨਾ ਜੀ। 825 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਪਿੰਡ ਹੈ। ਤੇ ਸੁਣਨ ਵਿੱਚ ਇੱਕ ਗੱਲ ਇਹ ਵੀ ਆਈ ਹੈ ਕਿ ਇਹ ਪਿੰਡ ਰਾਜੇ ਨੇ ਆਪਣੀ ਬੇਟੀ ਨੂੰ ਖੱਟ ਵਿੱਚ ਦਿੱਤਾ ਸੀ। ਹੁਣ ਖੱਟ ਪੁੱਛੋਗੇ ਤਾਂ ਖੱਟ ਦਾ ਉੱਤਰ ਹੈ ਕਿ 12ਵੀਂ ਵਰਸੀ ਖੱਟਣ ਗਿਆ ਸੀ। ਕੀ ਖੱਟ ਲਿਆਂਦਾ? ਤਾਂ 12ਵੀਂ ਵਰਸੀ ਵਾਲੀ ਗੱਲ ਚਲੋ ਖੈਰ ਇਹ ਵੱਖਰੇ ਤੌਰ ਤੇ ਕਦੇ ਤੁਹਾਡੇ ਨਾਲ ਮੈਂ ਕਰੂੰਗਾ। ਖੱਟ ਦੇ ਵਿੱਚ ਦਿੱਤਾ ਸੀ, ਕਹਿਣ ਦਾ ਭਾਵ ਦਾਜ ਦੇ ਵਿੱਚ ਦਿੱਤਾ ਸੀ। ਉਦੋਂ ਇਹਦਾ ਨਾਂ ਸੀ ਖੱਟਗੜ, ਕਹਿਣ ਦਾ ਭਾਵ ਖੱਟਿਆ ਹੋਇਆ ਗੜ। ਪਰ ਹੌਲੀ ਹੌਲੀ ਕੀ ਹੁੰਦਾ ਗਿਆ, ਸ਼ਬਦਾਂ ਵਿੱਚ ਵੰਗਾੜ ਆਉਂਦਾ ਗਿਆ ਤੇ ਨਾਮ ਵਿਕਸਿਤ ਹੋ ਗਿਆ ਖਟਕੜ ਕਲਾਂ। ਤੇ ਵੰਡ ਤੋਂ ਬਾਅਦ ਜੇਕਰ ਮੈਂ ਗੱਲ ਕਹਾਂ ਤਾਂ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਨੇ ਇਸ ਪਿੰਡ ਖਟਕੜ ਕਲਾਂ ਦੇ ਵਿੱਚ ਆਪਣਾ ਘਰ ਬਣਾਇਆ ਜੀ। ਛੋਟੀਆਂ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਜਿਹੜੀਆਂ ਬੜੀਆਂ ਖੂਬਸੂਰਤ ਲੱਗਦੀਆਂ, ਉਹਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਘਰ ਹੈ, ਜੱਦੀ ਪਿੰਡ ਹੈ, ਉਹਦੇ ਵਿੱਚ ਬਣਿਆ ਹੋਇਆ ਹੈ। ਇੱਕ ਪ੍ਰਸਿੱਧੀ ਹਾਸਲ ਕਰ ਗਿਆ। ਇਹ ਸਿਰਫ ਘਰ ਨਹੀਂ ਰਹਿ ਗਿਆ, ਇਹ ਲੋਕਾਂ ਦੇ ਲਈ ਇੱਕ ਮੱਕਾ ਮਦੀਨਾ ਹੋ ਗਿਆ। ਖਾਸ ਕਰਕੇ ਜਿਹੜੇ ਮਨੁੱਖਤਾ ਦੇ ਨਾਲ ਜੁੜਦੇ ਨੇ, ਜਿਹੜੇ ਸਮਾਜਵਾਦੀ ਨੇ, ਜਿਹੜੇ ਸ਼ਹੀਦਾਂ ਨੂੰ ਆਪਣਾ ਸਭ ਕੁਝ ਮੰਨਦੇ ਨੇ, ਤੇ ਉਹਨਾਂ ਦੇ ਲਈ ਇੱਕ ਵੱਡੀ ਤੇ ਵੇਖਣਯੋਗ ਤੇ ਪੂਜਣਯੋਗ ਥਾਂ ਹੈ। ਸਾਡੇ NRI ਵੀਰ ਕਹਿ ਦਿੰਦੇ ਆ ਕਿ ਪੰਜਾਬ ਆ ਰਹੇ ਆ ਜੀ, ਭਾਰਤ ਆ ਰਹੇ ਆ ਜੀ, ਵਿਆਹ ਲਈ ਆ ਰਹੇ ਆ ਜੀ, ਕਿਸੇ ਖੁਸ਼ੀ ਗਮੀ ਤੇ ਆ ਰਹੇ ਆ। ਕੀ ਦਿਖਾ ਦਈਏ ਪਿੰਡ ਦੇ ਲੋਕਾਂ ਨੂੰ, ਕੀ ਦਿਖਾ ਦਈਏ ਆਪਣੇ ਬੱਚਿਆਂ ਨੂੰ, ਕੀ ਦਿਖਾ ਦਈਏ ਇਹਨਾਂ ਨੂੰ? ਤੇ ਮੈਂ ਕਹਿੰਦਾ ਕਿ ਪੰਜਾਬ ਨਾਲੋਂ ਵੱਧ ਵੇਖਣਯੋਗ ਕੋਈ ਥਾਂ ਧਰਤੀ ਤੇ ਹੋਣੀ ਨਹੀਂ। ਪੰਜਾਬ ਦੀਆਂ ਸ਼ਹੀਦੀਆਂ, ਪੰਜਾਬ ਦੇ ਵਿੱਚ ਗੁਰੂ, ਪੀਰ, ਫਕੀਰ, ਪੈਗੰਬਰ, ਉਹਨਾਂ ਦੀਆਂ ਥਾਵਾਂ ਤੇ ਬੋਲਦਾ ਮੂੰਹੋਂ ਬੋਲਦਾ ਇਤਿਹਾਸ ਤੁਸੀਂ ਦਿਖਾ ਸਕਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਲਿਜਾ ਸਕਦੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਘਰ ਤੇ ਉੱਥੇ ਦਿਖਾ ਸਕਦੇ ਹੋ ਦੋ ਪੁਰਾਣੇ ਮੰਜੇ। ਉਹ ਸਿਰਫ ਮੰਜੇ ਨਹੀਂ, ਉਹ ਤੁਹਾਨੂੰ ਉਹਨਾਂ ਵੇਲਿਆਂ ਦੇ ਨਾਲ ਜੋੜਨਗੇ ਜਿਹੜੇ ਵੇਲੇ ਦੱਸਦੇ ਸੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਵਕਤ ਕਿੱਦਾਂ ਦਾ ਸੀ। ਉਹਨਾਂ ਦੇ ਮਾਤਾ ਦਾ ਪਲੰਘ ਦਿਖਾ ਸਕਦੇ ਹੋ ਤੇ ਤੰਗਲੀ ਦਿਖਾ ਸਕਦੇ ਹੋ ਜਿਹਦੇ ਨਾਲ ਅਸੀਂ ਤੂੜੀ ਇਕੱਠੀ ਕਰਦੇ ਹਾਂ। ਕਹਿਣ ਦਾ ਭਾਵ ਕਿ ਉਸ ਵੇਲੇ ਦਾ ਜੀਵਨ ਕਿਵੇਂ ਦਾ ਸੀ, ਕਿੱਦਾਂ ਦੇ ਜੀਵਨ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਪੜ੍ਹਦਾ, ਕਿੱਦਾਂ ਦੀ ਸਰਲ ਸੌਖੀ ਸਧਾਰਨ ਜ਼ਿੰਦਗੀ ਜਿਉਂਦਾ ਤੇ ਕਿੱਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਂਦਾ ਹੈ। ਇਹ ਉੱਥੇ ਪਈਆਂ ਬਾਲਟੀਆਂ, ਉੱਥੇ ਖਾਣਾ ਬਣਾਉਣ ਵਾਲਾ ਇੱਕ ਜ਼ਮੀਨੀ ਜਿਹੜਾ ਟੇਬਲ ਹੁੰਦਾ, ਉਸ ਤੋਂ ਪਤਾ ਲੱਗ ਜੂ। ਲੱਕੜ ਦੇ 5 ਸੰਦੂਖ ਪਏ ਨੇ ਜੀ। ਸਾਡਾ ਸਧਾਰਨ ਜੀਵਨ ਦੇਖੋ, ਸਧਾਰਨ ਜੀਵਨ ਵਿੱਚੋਂ ਤੁਸੀਂ ਉੱਠਦੇ ਹੋ ਤੇ ਕੀ ਕੁਝ ਸਿੱਖ ਲੈਂਦੇ ਹੋ, ਕਿੰਨਾ ਕਿੰਨਾ ਅੱਗੇ ਤੁਰੇ ਜਾਂਦੇ ਹੋ, ਕਿਵੇਂ ਕਿਵੇਂ ਤੁਸੀਂ ਸਿੱਖਦੇ ਜਾਂਦੇ ਹੋ, ਬੜਾ ਜ਼ਰੂਰੀ ਹੈ। ਸਾਡੀਆਂ ਅੱਜ ਦੀਆਂ ਮਤਾਵਾਂ, ਮੈਂ ਸਤਿਕਾਰ ਨਾਲ ਕਹਿੰਦਾ ਕਿ ਤੁਹਾਡੀਆਂ ਇਛਾਵਾਂ ਸਮੇਂ ਦੇ ਅਨੁਸਾਰ ਠੀਕ ਹੈ, ਪਰ ਕੀ ਅੱਜ ਕੋਈ ਮਾਂ ਚਾਹੁੰਦੀ ਹੈ ਕਿ ਉਹਦੇ ਘਰ ਸ਼ਹੀਦ ਆਜ਼ਮ ਭਗਤ ਸਿੰਘ ਜਨਮ ਲਵੇ? ਕੀ ਕੋਈ ਮਾਂ ਅੱਜ ਚਾਹੁੰਦੀ ਹੈ ਕਿ ਉਹ ਸ਼ਹੀਦ ਆਜ਼ਮ ਭਗਤ ਸਿੰਘ ਜਿਹੜਾ ਕਿ ਆਪਣੇ ਘਰ ਬਾਰੇ ਨਾ ਸੋਚੇ, ਆਪਣੇ ਨਿੱਜੀ ਹਿੱਤ ਬਾਰੇ ਨਾ ਸੋਚੇ, ਆਪਣੇ ਦੇਸ਼ ਬਾਰੇ ਸੋਚੇ? ਪਰ ਇੱਥੇ ਜੇਕਰ ਮੈਂ ਉਸ ਮਾਤਾ ਦੀ ਗੱਲ ਕਰਾਂ ਤਾਂ ਉਹਨਾਂ ਨੇ ਸੋਚਿਆ ਸੀ ਕਿ ਮੇਰਾ ਬੇਟਾ ਜਿਹੜਾ ਇਸ ਧਰਤੀ ਤੋਂ ਗਿਆ ਹੈ, ਸ਼ਹੀਦੀ ਦੇ ਕੇ ਗਿਆ ਹੈ, ਕੌਮ ਨੂੰ ਆਜ਼ਾਦ ਕਰਾ ਕੇ ਗਿਆ ਹੈ, ਉਹਨਾਂ ਦੇ ਲਈ ਇੱਕ ਅਜਾਇਬ ਘਰ ਬਣੇ। ਤੇ ਅਜਾਇਬ ਘਰ ਬਣਿਆ ਜੀ। ਤੇ ਉਸ ਅਜਾਇਬ ਘਰ ਨੂੰ ਜਾਂ ਉਸ ਅਜਾਇਬ ਘਰ ਵਿੱਚ ਰੱਖਿਆ ਕੀ ਗਿਆ ਹੈ? ਛੋਟੀ ਭੈਣ ਅਮਰ ਕੌਰ ਨੇ। ਜਦੋਂ ਅਸੀਂ ਗੱਲ ਕਰਦੇ ਹਾਂ 23 ਮਾਰਚ 1931 ਦੀ ਫਾਂਸੀ, ਠੀਕ ਹੈ, ਇਹਦੇ ਵਿਸ਼ਾਲ ਵਿਸ਼ੇ ਨੇ, ਪਰ ਮੇਰੀ ਰਿਪੋਰਟ ਨਵੀਂ ਜਨਰੇਸ਼ਨ ਦੇ ਲਈ ਹੈ। ਮੈਂ ਉਹਨਾਂ ਗੱਲਾਂ ਦੇ ਉੱਤੇ ਵੀ ਗੱਲ ਕਰ ਸਕਦਾ, ਪਰ ਮੈਂ ਦੱਸ ਰਿਹਾ ਕਿ 23 ਮਾਰਚ 1931 ਨੂੰ ਫਾਂਸੀ ਹੁੰਦੀ ਹੈ। ਉਸ ਫਾਂਸੀ ਤੋਂ ਬਾਅਦ ਤਿੰਨੇ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਹੱਥ ਲਿਖਤਾਂ, ਉਹਨਾਂ ਦੀਆਂ ਚਿੱਠੀਆਂ ਤੇ ਖਾਸ ਕਰਕੇ ਉਸ ਭੈਣ ਦੁਆਰਾ, ਅਮਰ ਕੌਰ ਦੁਆਰਾ, ਜਿਹੜੀਆਂ ਉਹਨਾਂ ਦੀਆਂ ਅਸਥੀਆਂ ਸੀ ਤਿੰਨੇ ਸ਼ਹੀਦਾਂ ਦੀਆਂ, ਉਹਨਾਂ ਨੂੰ ਇਕੱਤਰ ਕਰਕੇ ਉਸ ਅਜਾਇਬ ਘਰ ਦੇ ਵਿੱਚ ਰੱਖਿਆ ਗਿਆ ਹੈ। ਤੁਸੀਂ ਵਿਖਾ ਸਕਦੇ ਹੋ, ਆਪਣੇ ਬੱਚਿਆਂ ਨੂੰ ਜੋੜ ਸਕਦੇ ਹੋ ਸੱਚੇ ਸ਼ਹੀਦਾਂ ਦੇ ਨਾਲ। ਤੇ ਮੈਂ ਅੱਜ ਵੀ ਕਹਿੰਦਾ ਕਿ ਅੱਜ ਭੈਣਾਂ ਭਰਾਵਾਂ ਦੇ ਰਿਸ਼ਤੇ ਵਿੱਚ ਕੀ ਇਹ ਹੈ? ਜਨਮ ਪੱਤਰੀ ਪਈ ਹੈ ਜੀ ਉੱਥੇ। ਕੁਝ ਸਾਡੇ ਵਿਧਾਇਕ ਜਿਹੜੇ ਨੇ ਉਹ ਭੁੱਲ ਜਾਂਦੇ ਨੇ ਕਿ ਕਦੋਂ ਜਨਮ ਹੋਇਆ ਜੀ ਸ਼ਹੀਦ ਆਜ਼ਮ ਭਗਤ ਸਿੰਘ ਦਾ। ਉਹ ਭੁੱਲ ਜਾਂਦੇ ਨੇ ਕਿ ਮੌਤ ਦੀਆਂ ਤਰੀਕਾਂ ਕੀ ਹੈ। ਠੀਕ ਹੈ, ਇਤਿਹਾਸ ਦੇ ਕੁਝ ਵੇਰਵਿਆਂ ਵਿੱਚ ਇੱਧਰ ਉੱਧਰ ਦੀ ਗੱਲ ਹੋ ਜਾਂਦੀ ਹੈ, ਤਾਂ ਮੈਂ ਉਹਦੇ ਤੇ ਨਹੀਂ ਜਾਂਦਾ। ਮੈਂ ਤਾਂ ਇਸ ਗੱਲ ਦੇ ਉੱਤੇ ਜਾਣਨਾ ਹੈ ਕਿ ਘੱਟੋ ਘੱਟ ਨੇੜ ਤੇੜ ਦਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। 24 ਮਾਰਚ 1931 ਨੂੰ ਇੱਕ ਦਾ ਟ੍ਰਿਬਿਊਨ ਪੇਪਰ ਹੈ, ਜਦੋਂ ਉਹ ਆਉਂਦਾ ਹੈ ਤਾਂ ਉਹ ਪੇਪਰ ਵੀ ਉੱਥੇ ਪਿਆ ਹੈ। ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਪੇਪਰ ਦੇ ਵਿੱਚੋਂ ਜਾਣ ਸਕਦੇ ਹੋ ਕਿ 24 ਤਰੀਕ ਵਾਲਾ ਜਿਹੜਾ ਪੇਪਰ ਆਇਆ ਉਹ 23 ਮਾਰਚ 1931 ਬਾਰੇ ਕੀ ਦੱਸਦਾ ਹੈ। ਹਾਲਾਂਕਿ ਤੁਹਾਡੇ ਕੋਲੇ ਇਸ ਆਧੁਨਿਕ ਦੁਨੀਆ ਦੇ ਵਿੱਚ ਨੈੱਟ ਵਰਗੀਆਂ ਬਹੁਤ ਚੀਜ਼ਾਂ ਨੇ। ਸ਼ਾਇਦ ਨੈੱਟ ਨਾ ਹੁੰਦਾ ਤਾਂ ਅੱਜ ਮੈਂ ਆਪਣੀ ਗੱਲ ਇਸ ਰਿਪੋਰਟ ਰਾਹੀਂ ਤੁਹਾਡੇ ਇੱਥੇ 7 ਸਮੁੰਦਰੋਂ ਪਾਰ ਨਾ ਰੱਖ ਸਕਦਾ। ਚੰਗੀ ਗੱਲ ਹੈ,
ਪਰ ਕੁਝ ਚੀਜ਼ਾਂ ਦਾ ਸਵਾਦ, ਕੁਝ ਇਤਿਹਾਸ ਦਾ ਗੌਰਵ ਉਹਨਾਂ ਨੂੰ ਅੱਖੀਂ ਡਿੱਠਣ ਨਾਲ ਹੁੰਦਾ ਹੈ। ਤੁਸੀਂ ਆਓ ਤੇ ਦੇਖੋ, ਆਪਣੇ ਬੱਚਿਆਂ ਨੂੰ ਦਿਖਾਓ, ਤੁਹਾਨੂੰ ਪਤਾ ਲੱਗੇ ਉੱਥੇ ਹੋਰ ਕੀ ਪਿਆ ਜੀ। ਉੱਥੇ ਸੁਰਮੇਦਾਨੀ ਪਈ ਹੈ, ਉੱਥੇ ਗੀਤਾ ਪਈ ਹੈ। ਮੈਂ ਗੀਤਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਾ, ਮੈਂ ਕਿਸੇ ਧਰਮ ਦਾ ਜ਼ਿਕਰ ਨਹੀਂ ਕਰ ਰਿਹਾ। ਮੈਂ ਦੱਸ ਰਿਹਾ ਕਿ ਇੱਕ ਸਿੱਧਾ ਜਿਹਾ ਜਿਹੜਾ ਸਵਾਲ ਖੜਾ ਹੁੰਦਾ ਸੀ ਨਾਸਤਿਕ ਹੋਣ ਦਾ, ਉਹਦੇ ਕਾਫੀ ਉੱਤਰ ਤੁਹਾਨੂੰ ਉੱਥੇ ਮਿਲ ਜਾਣਗੇ। ਉੱਥੇ ਉਹਦਾ ਬਟੂਆ ਪਿਆ, ਕਲਮ ਪਈ ਹੈ ਜਿਹਦੇ ਨਾਲ ਤਿੰਨਾਂ ਦੀ ਫਾਂਸੀ ਲਿਖੀ ਗਈ ਸੀ, ਤੇ ਉਹ ਕਲਮ ਉੱਥੇ ਪਈ ਹੈ। ਜੇਲ੍ਹ ਦੀ ਡਾਇਰੀ ਉੱਥੇ ਪਈ ਹੈ। ਹੁਣ ਸਵਾਲ ਕਿੱਥੇ ਆ ਕੇ ਖੜਦਾ ਹੈ? ਇਹ ਤਾਂ ਸੀ ਮੁੱਢਲੀ ਜੀ ਜਾਣਕਾਰੀ। ਸਵਾਲ ਖੜਦਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਸੋਚ ਹੈ, ਵਿਅਕਤੀ ਹੈ, ਜਾਂ ਕੋਈ ਨਾਮ ਹੈ, ਜਾਂ ਕੋਈ ਗੋਤ ਹੈ। ਸੰਧੂ ਕਹਿੰਦੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਸੰਧੂ ਸੀ। ਕਿਸੇ ਸ਼ਹੀਦ ਨੂੰ ਕਹਿ ਦਿੰਦੇ ਆ ਕਿ ਇਹ ਕੰਪੋਜ਼ ਸੀ, ਕਿਸੇ ਨੂੰ ਕਹਿ ਦਿੰਦੇ ਆ ਜੀ ਇਹ ਫਲਾਨਾ ਸੀ, ਕਿਸੇ ਨੂੰ ਕਹਿ ਦਿੰਦੇ ਆ ਜੀ ਇਹ ਹਿੰਦੂ ਸੀ, ਕਿਸੇ ਨੂੰ ਕਹਿ ਦਿੰਦੇ ਆ ਸਿੱਖ ਸੀ। ਮੈਂ ਕਹਿੰਦਾ ਕਿ ਜਦੋਂ ਸ਼ਬਦ ਆਉਂਦਾ ਰਾਸ਼ਟਰ ਤੇ ਜਦੋਂ ਸ਼ਬਦ ਆਉਂਦਾ ਭਾਰਤ, ਹਿੰਦੁਸਤਾਨ, ਉਦੋਂ ਇਹਨਾਂ ਸ਼ਬਦਾਂ ਦੇ ਅਰਥ ਬੌਣੇ ਰਹਿ ਜਾਂਦੇ ਨੇ, ਛੋਟੇ ਰਹਿ ਜਾਂਦੇ ਨੇ। ਸ਼ਹੀਦ ਆਜ਼ਮ ਭਗਤ ਸਿੰਘ ਇੱਕ ਸੋਚ ਸੀ, ਇੱਕ ਵਿਚਾਰਧਾਰਾ ਸੀ ਜਿਹੜੀ ਇਸ਼ਕ ਤੇ ਇਨਕਲਾਬ ਨੂੰ ਇੱਕ ਕਰਕੇ ਪੇਸ਼ ਕਰਦੀ ਸੀ। ਇਹ ਇੱਕ ਸੋਚਣ ਸਮਝਣ ਵਾਲੀ ਗੱਲ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੋ ਤਾਂ ਤੁਸੀਂ ਇਹ ਨਾ ਦੱਸਿਆ ਕਰੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਇੱਥੇ ਜੰਮਿਆ ਜੀ, ਸ਼ਹੀਦ ਆਜ਼ਮ ਭਗਤ ਸਿੰਘ ਇੱਥੇ ਪੜ੍ਹਿਆ ਜੀ। ਮੈਂ ਕਹਿੰਦਾ ਕਿ ਇਹ ਜ਼ਰੂਰੀ ਨੇ ਮੁੱਢਲੇ ਵੀਰਵੇ, ਪਰ ਇਹੀ ਜ਼ਰੂਰੀ ਨਹੀਂ। ਜ਼ਰੂਰੀ ਇਸ ਤੋਂ ਅੱਗੇ ਹੈ ਕਿ ਉਹਦੀ ਵਿਚਾਰਧਾਰਾ, ਉਹਦੀ ਆਈਡੀਓਲੋਜੀ ਕੀ ਸੀ, ਉਹ ਕਹਿਣਾ ਕੀ ਚਾਹੁੰਦਾ ਸੀ, ਉਹ ਸਮਾਜ ਕਿੱਦਾਂ ਦਾ ਸਿਰਜਣਾ ਚਾਹੁੰਦਾ ਸੀ। ਛੋਟੇ ਬੱਚੇ ਜੇਕਰ ਮੈਨੂੰ ਸੁਣਦੇ ਹੋਣ ਤਾਂ ਮੈਂ ਸੌਖੇ ਜਿਹੇ ਸ਼ਬਦਾਂ ਵਿੱਚ ਦੱਸ ਦੇਵਾਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਚਾਹੁੰਦਾ ਸੀ ਕਿ ਜਿਹੜਾ 10% ਪੈਸਾ 90% ਲੋਕਾਂ ਕੋਲੇ ਆ ਤੇ 90% ਪੈਸਾ 10% ਲੋਕਾਂ ਕੋਲੇ ਆ, ਇਹ ਨਾ ਬਰਾਬਰੀ ਹੈ। ਇਹਨੂੰ ਸਮਾਜਵਾਦ ਨਹੀਂ ਕਹਿੰਦੇ, ਇਹਨੂੰ ਸਾਮਰਾਜਵਾਦ ਕਹਿੰਦੇ ਨੇ, ਇਹਨੂੰ ਕਬਜ਼ਾ ਪ੍ਰਵਿਰਤੀ ਕਹਿੰਦੇ ਨੇ, ਇਹਨੂੰ ਪੂੰਜੀਪਤੀ ਕਹਿੰਦੇ ਨੇ। ਤਾਂ ਇਸ ਨੂੰ ਤੋੜ ਕੇ ਕਹਿਣ ਦਾ ਭਾਵ ਕਿ ਨਾ ਬਰਾਬਰੀ ਨੂੰ, ਇਸ ਕਾਣੀ ਵੰਡ ਨੂੰ ਇਕੱਠਾ ਕਰਨਾ ਸੀ। ਇਹ ਸੋਚ ਨੂੰ ਅੱਜ ਵੀ ਅਸੀਂ ਆਪਣੇ ਦਿਮਾਗਾਂ ਵਿੱਚ ਜੇਕਰ ਰੱਖੀਏ ਤਾਂ ਕਾਫੀ ਮਸਲੇ ਨੇ ਜਿਹੜੇ ਉਹ ਹੱਲ ਹੋ ਸਕਦੇ ਨੇ। ਜੇਕਰ ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਉਹ ਬੜੀਆਂ ਜ਼ਰੂਰੀ ਗੱਲਾਂ ਨੇ, ਕੁਝ ਅਹਿਮ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਪਰ ਮੈਂ ਇੱਕ ਗੱਲ ਇੱਥੇ ਕਹਿ ਦੇਵਾਂ ਕਿ ਮੈਂ ਐਡੀ ਵੱਡੀ ਸੋਚ ਨਹੀਂ ਰੱਖਦਾ, ਕੋਈ ਵੀ ਵਿਅਕਤੀ ਐਡੀ ਵੱਡੀ ਸੋਚ ਨਹੀਂ ਰੱਖਦਾ ਕਿ ਆਪਣੇ ਇੱਕੋ ਹੀ ਭਾਸ਼ਣ ਦੇ ਵਿੱਚ, ਇੱਕੋ ਹੀ ਰਿਪੋਰਟ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਆਖਿਆ ਕਰ ਸਕੇ, ਉਹਨਾਂ ਦੀ ਸੋਚ ਦੀ ਵਿਆਖਿਆ ਕਰ ਸਕੇ, ਉਹਨਾਂ ਦੇ ਅਕੀਦੇ ਦੀ ਵਿਆਖਿਆ ਕਰ ਸਕੇ, ਉਹਨਾਂ ਬਾਰੇ ਸੰਪੂਰਨ ਜਾਣਕਾਰੀ ਦੇ ਸਕੇ। ਪਰ ਮੈਂ ਫਿਰ ਕਹਿੰਦਾ, ਮੇਰੀ ਕੋਸ਼ਿਸ਼ ਹੈ ਉਸ ਨਵੀਂ ਪੀੜ੍ਹੀ ਲਈ, ਮੇਰੀ ਕੋਸ਼ਿਸ਼ ਹੈ NRI ਵੀਰਾਂ ਲਈ, ਮੇਰੀ ਕੋਸ਼ਿਸ਼ ਹੈ ਪੰਜਾਬ ਦੇ ਵਿਰਸੇ, ਇਤਿਹਾਸ, ਸੂਰਬੀਰਾਂ ਦੇ ਨਾਲੋਂ ਟੁੱਟਦੇ ਲੋਕਾਂ ਨੂੰ ਨਾਲ ਜੋੜਨ ਦੀ। ਗੱਲ ਕਰਦੇ ਹਾਂ ਪਹਿਲੀ ਤਸਵੀਰਾਂ ਦੀ ਪੇਸ਼ਕਾਰੀ। ਅੱਜ ਤੋਂ 10 ਸਾਲ ਪਹਿਲਾਂ, 15 ਸਾਲ ਪਹਿਲਾਂ ਜਦੋਂ ਤੁਸੀਂ ਕਿਤੇ ਚੰਡੀਗੜ੍ਹ ਜਾਂਦੇ ਹੋ, 17 ਸੈਕਟਰ ਜਾਂਦੇ ਹੋ, ਵੱਡੇ ਸ਼ਹਿਰਾਂ 'ਚ ਜਾਂਦੇ ਹੋ, ਮੇਲਿਆਂ ਦੇ ਵਿੱਚ ਜਾਂਦੇ ਹੋ, ਤਾਂ ਉੱਥੇ ਜਦੋਂ ਤੁਸੀਂ ਤਸਵੀਰਾਂ ਵੇਖਦੇ ਹੋ ਨਾ, ਤਾਂ ਤਸਵੀਰਾਂ ਸਾਡੇ ਸ਼ਹੀਦਾਂ ਦੀਆਂ ਹੁੰਦੀਆਂ ਸੀ। ਭਗਤ ਸਿੰਘ ਦੀ ਇੱਕ ਜਿਹੜੀ ਤਸਵੀਰ ਸੀ ਬਹੁਤ ਜ਼ਿਆਦਾ ਵਿਕਦੀ ਰਹੀ ਅੱਜ ਤੋਂ 10-15 ਸਾਲ ਪਹਿਲਾਂ, ਹੱਥ 'ਚ ਕਿਤਾਬ ਵਾਲੀ। ਅੱਜ ਜਦੋਂ ਤੁਸੀਂ ਉਹਨਾਂ ਥਾਵਾਂ ਤੇ ਜਾਂਦੇ ਹੋ ਜਿੱਥੇ ਇਹ ਖਰੀਦੋ ਫਰੋਖਤ ਕਰ ਸਕਦੇ ਹੋ, ਤਾਂ ਅੱਜ ਉੱਥੇ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਨਹੀਂ ਵਿਕ ਰਹੀਆਂ। ਉੱਥੇ ਅੱਜ ਇਹ ਥਾਂ ਨੰਗੀਆਂ, ਅੱਧ ਨੰਗੀਆਂ, ਪੂਰੀਆਂ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਨੇ ਲੈ ਲਈ ਹੈ, ਵੱਡੇ ਐਕਟਰਾਂ ਨੇ ਲੈ ਲਈ ਹੈ। ਕਿ ਹੁਣ ਅਸੀਂ ਜੇਕਰ ਉਹ ਤਸਵੀਰਾਂ ਡਾਊਨਲੋਡ ਕਰਾਂਗੇ ਜਾਂ ਖਰੀਦ ਕੇ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਲਾਵਾਂਗੇ, ਤੇ ਫਿਰ ਅਸੀਂ ਉਮੀਦ ਕਰਾਂਗੇ ਕਿ ਸਾਡੇ ਬੱਚੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਤੇ ਚੱਲਣ। ਮੇਰੇ ਖਿਆਲ ਦੇ ਨਾਲ ਇਹ ਸਿਰਫ ਤੇ ਸਿਰਫ ਵਗਦੇ ਪਾਣੀ ਵਿੱਚ ਡਿਕਰੀਆਂ ਮਾਰਨ ਵਾਲੀ ਗੱਲ ਹੋਊਗੀ। ਇਹਦੇ 'ਚੋਂ ਕੁਝ ਨਹੀਂ ਤੁਹਾਡੇ ਨਿਬੜਨਾ, ਤੁਹਾਨੂੰ ਕੁਝ ਨਹੀਂ ਪੱਲੇ ਪੈਣਾ। ਪਰ ਤਸਵੀਰਾਂ ਖਰੀਦਣਾ, ਤਸਵੀਰਾਂ ਵੇਚਣਾ, ਲਾਉਣਾ, ਇਹ ਇੱਕ ਸਾਡਾ ਆਪਣਾ ਮਸਲਾ ਹੋ ਸਕਦਾ ਹੈ। ਪਰ ਤਸਵੀਰਾਂ ਦੀ ਪੇਸ਼ਕਾਰੀ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਵੀ ਕੀਤੀ ਗਈ ਹੈ ਕਿ ਲੋਕ ਜਿਹੜੇ ਨੇ, ਖਾਸ ਕਰਕੇ ਸਿਆਸਤ ਚਾਹੁੰਦੀ ਹੈ ਕਿ ਆਮ ਜਿਹੜੇ ਵਿਅਕਤੀ ਨੇ ਉਹ ਉਸ ਦੀ ਅਸਲ ਵਿਚਾਰਧਾਰਾ ਤੋਂ ਲਾਂਭੇ ਹੋ ਜਾਣ। ਧੂੜ ਮਿੱਟੀ ਪਾਈ ਜਾਂਦੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਉਸ ਤਸਵੀਰ ਦੇ ਉੱਤੇ, ਜਿਹੜੀ ਤਸਵੀਰ ਕਿਤਾਬ ਦੇ ਨਾਲ ਹੈ। ਤੇ ਕਿਹੜੀ ਤਸਵੀਰ ਵਿਕ ਰਹੀ ਹੈ? ਉਹ ਵਿਕ ਰਹੀ ਹੈ ਪਿਸਤੌਲ ਵਾਲੀ। ਉਹਲਾ ਲੈ ਕੇ ਖੜੇ ਹੋਏ ਨੇ, ਹੱਥ 'ਚ ਪਿਸਤੌਲ ਹੈ। ਕੀ ਵਿਕ ਰਿਹਾ ਜੀ? ਸਟicker ਦੇ ਰੂਪ ਵਿੱਚ ਕੀ ਵਿਕ ਰਿਹਾ ਕਿ ਗੋਰੇ ਖੰਗੇ ਸੀ ਤਾਂ ਟੰਗੇ ਸੀ। ਕੀ ਵਿਕ ਰਿਹਾ ਕਿ ਲੱਗਦਾ ਮੈਨੂੰ ਫਿਰ ਆਉਣਾ ਪਊਗਾ, ਮੁੜ ਕੇ ਆਉਣਾ ਪਊਗਾ। ਮੈਂ ਇੱਕ ਸਵਾਲ ਪੰਜਾਬੀਆਂ ਨੂੰ ਕਰਦਾ ਕਿ ਸ਼ਹੀਦ ਆਜ਼ਮ ਨੂੰ ਮੁੜ ਕੇ ਕਿਉਂ ਆਉਣਾ ਪਊਗਾ? ਕੀ ਤੁਹਾਡੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਵਾਲੀ ਸੋਚ ਮਰ ਗਈ ਹੈ? ਕੀ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਵਾਂਗੂ ਨਹੀਂ ਸੋਚ ਸਕਦੇ?
ਗੋਰੇ ਖੰਗੇ ਸੀ ਤਾਂ ਟੰਗੇ ਸੀ, ਸਿਰਫ ਇੱਥੋਂ ਤੱਕ ਹੀ ਮਕਸਦ ਸੀ। ਉਸ ਤੋਂ ਪਹਿਲਾਂ ਉਹਨਾਂ ਨੇ ਕੋਈ ਵਿਚਾਰਧਾਰਕ ਲੜਾਈ ਨਹੀਂ ਲੜੀ, ਉਹਨਾਂ ਨੇ ਕੋਈ ਕਿਤਾਬ ਨਹੀਂ ਪੜ੍ਹੀ, ਕਿਸੇ ਕਿਤਾਬ ਨਾਲ ਨਹੀਂ ਜੁੜੇ। ਇਹ ਇੱਕ ਸਵਾਲ ਨੇ ਵੱਡੇ। ਮੇਰੇ ਕਹਿਣ ਦਾ ਭਾਵ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਨੂੰ ਵੀ ਆਪਣੇ ਹਿੱਤਾਂ ਲਈ ਵਰਤ ਰਹੇ ਨੇ ਪੂੰਜੀਪਤੀ। ਉਹ ਆਪਣੇ ਹਿੱਤਾਂ ਦੇ ਅਨੁਸਾਰ ਕੀ ਪਰੋਸਣਾ ਹੈ। ਅਸੀਂ ਪੰਜਾਬੀ ਹਾਂ, ਅਸੀਂ ਹਥਿਆਰ ਨੂੰ ਪਸੰਦ ਕਰਦੇ ਹਾਂ। ਸਾਡੇ ਇਤਿਹਾਸ ਨੇ, ਸਾਡੇ ਗੁਰੂਆਂ ਨੇ ਸਾਨੂੰ ਹਥਿਆਰ ਦੇ ਲੜ ਲਾਇਆ ਹੈ, ਪਰ ਸਿਰਫ ਹਥਿਆਰ ਦੇ ਹੀ ਲੜ ਨਹੀਂ ਲਾਇਆ। ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਬਦ ਗੁਰੂ, ਗੁਰੂ ਹੈ ਬਾਣੀ। ਸਭ ਤੋਂ ਪਹਿਲਾਂ ਸਾਨੂੰ ਸ਼ਬਦ ਦੇ ਲੜ ਲਾਇਆ ਤੇ ਆਖਰੀ ਜਿਹੜਾ ਮਸਲਾ ਹੈ ਉਹ ਸਾਨੂੰ ਹਥਿਆਰ ਦੇ ਨਾਲ। ਅਸੀਂ ਵਿਖਦੇ ਹਾਂ ਗੁਰਬਾਣੀ ਵਿੱਚ, ਸੁਣਦੇ ਹਾਂ, ਪੜ੍ਹਦੇ ਹਾਂ ਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਇੱਕੋ ਜਿਹਾ ਪਾਪ ਹੈ, ਪਰ ਉਸ ਨੂੰ ਕਾਊਂਟਰ ਕਰਨ ਦੇ ਤਰੀਕੇ ਵੱਖਰੇ ਵੱਖਰੇ ਨੇ। ਸਿਰਫ ਜ਼ੁਲਮ ਨੂੰ ਕਾਊਂਟਰ ਹਥਿਆਰ ਨਾਲ ਨਹੀਂ ਕੀਤਾ ਜਾਂਦਾ, ਉਹ ਵਿਚਾਰ ਨਾਲ ਵੀ ਕੀਤਾ ਜਾਂਦਾ ਹੈ, ਉਹ ਕਲਮ ਨਾਲ ਵੀ ਕੀਤਾ ਜਾਂਦਾ ਹੈ, ਉਹ ਸੋਚ ਨਾਲ ਵੀ ਕੀਤਾ ਜਾਂਦਾ ਹੈ। ਜਿਹੜਾ ਕਲਮ, ਸੋਚ, ਹਥਿਆਰ, ਇਹ ਸਾਰੀਆਂ ਚੀਜ਼ਾਂ ਦਾ ਅਸੀਂ ਸੁਮੇਲ ਕਿਵੇਂ ਬਣਾਉਣਾ ਹੈ, ਉਸ ਨੂੰ ਕਿਵੇਂ, ਕਿਹੜੇ ਕਿਹੜੇ ਵਕਤ ਕਿਵੇਂ ਕਿਵੇਂ ਉਹਦੀ ਪੇਸ਼ਕਾਰੀ ਕਰਨੀ ਹੈ, ਇਹ ਜ਼ਰੂਰੀ ਹੈ। ਸਾਡੇ ਤੇ ਕੁਝ ਚੀਜ਼ਾਂ ਥੋਪੀਆਂ ਜਾਂਦੀਆਂ, ਨਵੀਂ ਪੀੜ੍ਹੀ ਤੇ ਵੀ ਥੋਪੀਆਂ ਜਾ ਰਹੀਆਂ ਕਿ ਆਹ ਚੀਜ਼ ਅਸੀਂ ਵਰਤਣੀ ਹੈ ਤੇ ਆਹ ਚੀਜ਼ ਨਹੀਂ ਵਰਤਣੀ। ਅਸਲ ਜਿਹੜੀ ਤਸਵੀਰ ਹੈ ਨਾ ਸ਼ਹੀਦ ਆਜ਼ਮ ਭਗਤ ਸਿੰਘ ਦੀ, ਉਹ ਵਿਚਾਰਧਾਰਕ ਵਾਲੀ ਹੈ, ਇੱਕ ਪੜ੍ਹਨ ਲਿਖਣ ਵਾਲੇ ਮੁੰਡੇ ਵਾਲੀ ਹੈ। ਉਹ ਤੋਂ ਦੂਰ ਕਰ ਦਿੱਤਾ ਗਿਆ, ਤੁਹਾਨੂੰ ਕਹਿ ਦਿੱਤਾ ਗਿਆ ਕਿ ਸਿਰਫ ਹਿੰਸਾ ਹੀ ਇੱਕ ਰਾਹ ਸੀ ਉਹਨਾਂ ਦਾ, ਅਸਲ ਵਿੱਚ ਨਹੀਂ ਸੀ। ਤੁਸੀਂ ਪੜ੍ਹੋ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ, ਤੁਹਾਨੂੰ ਪਤਾ ਲੱਗੇ। ਅੱਗੇ ਚੱਲਦੇ ਹਾਂ। ਨਾਅਰਿਆਂ ਦੀ ਪੇਸ਼ਕਾਰੀ ਤੁਸੀਂ ਦੇਖਦੇ ਹੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਜੁੜੇ ਹੋਏ ਨਾਅਰੇ ਬੜੇ ਬੜੇ ਤਰੀਕਿਆਂ ਦੇ ਨਾਲ ਲਾਏ ਜਾਂਦੇ ਨੇ। ਇੱਕ ਲਾਇਆ ਜਾਂਦਾ ਇਨਕਲਾਬ ਜਿੰਦਾਬਾਦ, ਪਰ ਇਹ ਅਧੂਰਾ ਨਾਅਰਾ ਦੋਸਤੋ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਨਕਲਾਬ ਜਿੰਦਾਬਾਦ, ਸਰਮਾਏਦਾਰੀ ਮੁਰਦਾਬਾਦ, ਇਹ ਪੂਰਾ ਨਾਅਰਾ ਹੈ। ਪਰ ਅੱਜ ਤੱਕ ਤੁਸੀਂ ਕਦੇ ਵੀ ਪੂਰਾ ਨਾਅਰਾ ਸੁਣਿਆ ਹੀ ਨਹੀਂ ਹੋਣਾ, ਕਿਉਂਕਿ ਸਿਆਸਤਦਾਨ ਕਦੇ ਵੀ ਪੂਰਾ ਨਾਅਰਾ ਨਹੀਂ ਮਾਰਦੇ। ਮੈਂ ਕਿਸੇ ਪਾਰਟੀ 'ਚ ਨਹੀਂ ਜਾਂਦਾ, ਕਿਉਂਕਿ ਸਰਮਾਏਦਾਰੀ ਤਾਂ ਉਹਨਾਂ ਨੂੰ ਸਪਾਂਸਰ ਕਰਦੀ ਹੈ। ਜੇਕਰ ਉਹਨਾਂ ਨੇ ਕਹਿ ਦਿੱਤਾ ਕਿ ਇਨਕਲਾਬ ਜਿੰਦਾਬਾਦ ਤੇ ਸਰਮਾਏਦਾਰੀ ਮੁਰਦਾਬਾਦ, ਤੇ ਭਾਈ ਅਗਲੇ ਇਲੈਕਸ਼ਨ ਦੇ ਉੱਤੇ ਫੰਡ ਕੌਣ ਦੇਊਗਾ, ਉਹਨਾਂ ਨੂੰ ਸਪਾਂਸਰ ਕੌਣ ਕਰੂਗਾ। ਸਾਨੂੰ ਵੀ ਇਹੀ ਸਿਖਾਇਆ ਜਾਂਦਾ ਕਿ ਕਹਿ ਦਿਓ ਇਨਕਲਾਬ ਜਿੰਦਾਬਾਦ, ਪਰ ਮੈਂ ਕਹਿੰਦਾ ਕਿ ਪੂਰਾ ਕਹਿ ਦਿਓ ਸਰਮਾਏਦਾਰੀ ਮੁਰਦਾਬਾਦ। ਜੇਕਰ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੀ ਗੱਲ ਕਰਦੇ ਹੋ, ਨਾਅਰੇ ਵਰਤ ਲਏ ਗਏ ਨੇ ਜੀ, ਪਾਰਟੀਆਂ ਨਾਅਰਿਆਂ ਨੂੰ ਵਰਤ ਗਈਆਂ ਨੇ, ਨਾਲ ਦੀ ਨਾਲ ਕੁਝ ਖਾਸ ਲੋਕ ਨਾਅਰਿਆਂ ਨੂੰ ਵਰਤ ਗਏ ਆ, ਪੱਗ ਵਰਤ ਲਈ ਆ ਸਿਆਸਤ ਨੇ। ਪਰ ਜੇ ਤੁਸੀਂ ਵਰਤ ਲਈ ਆ ਤਾਂ ਇਹਦਾ ਮਾਣ ਵੀ ਰੱਖ ਦਿਓ, ਇਹਦਾ ਸਤਿਕਾਰ ਵੀ ਰੱਖ ਦਿਓ, ਕੋਈ ਚੱਕਰ ਨਹੀਂ। ਰੰਗ ਕਿਸੇ ਦੇ ਬੈਨ ਨਹੀਂ ਕੀਤੇ ਹੋਏ, ਰੰਗ ਕਿਸੇ ਨੇ ਆਪਣੇ ਨਾਲ ਜੋੜੇ ਹੋਏ ਨਹੀਂ। ਸਾਰੇ ਰੰਗ, ਸਾਰੀਆਂ ਹੀ ਪੱਗਾਂ, ਸਾਰੇ ਹੀ ਉਹਦੇ ਤਰੀਕੇ ਬੰਨ੍ਹਣ ਦੇ ਸਭ ਲਈ ਖੁੱਲ੍ਹੇ ਨੇ। ਪਰ ਜੇਕਰ ਕਿਸੇ ਵਰਗਾ ਹੋਣਾ ਚਾਹੁੰਦੇ ਹੋ ਤਾਂ ਸੱਚੀ ਰੂਹ ਤੋਂ ਹੋ ਜਾਓ, ਫਿਰ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹੋ। ਪਰ ਜੇਕਰ ਤੁਸੀਂ ਇੱਕ ਕਿਸੇ ਅੰਦੋਲਨ ਦੇ ਵਿੱਚ ਇਨਕਲਾਬ ਜਿੰਦਾਬਾਦ ਕਹਿ ਕੇ ਮੁੱਠੀ ਮੀਚ ਕੇ ਬਾਂਹ ਤਾਂ ਖੜੀ ਕਰ ਦਿੰਦੇ ਹੋ, ਪਰ ਉਹਦੇ ਅਰਥਾਂ ਨੂੰ ਨਹੀਂ ਨਾ ਜਾਣਦੇ, ਤਾਂ ਫਿਰ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਉਹਨਾਂ ਨਾਅਰਿਆਂ ਦਾ, ਉਹਨਾਂ ਸੋਚਾਂ ਦਾ ਨਿਰਾਦਰ ਕਰਦੇ ਹੋ। ਖਟਕੜ ਕਲਾਂ ਦੀ ਮਿੱਟੀ ਬੜੀ ਪਵਿੱਤਰ ਮਿੱਟੀ ਹੈ, ਸਾਨੂੰ ਆਪਣੇ ਘਰਾਂ ਵਿੱਚ ਰੱਖਣੀ ਚਾਹੀਦੀ ਹੈ। ਸਾਨੂੰ ਉਹ ਮਿੱਟੀ ਦੇ ਦਰਸ਼ਨ ਪਾਉਣੇ ਚਾਹੀਦੇ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਮਿੱਟੀ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਬੰਦੂਕਾਂ ਬੀਜਣ ਦੀ ਗੱਲ ਕਰਦਾ ਸੀ, ਕਿਉਂ ਕਰਦਾ ਸੀ, ਕਿਉਂ ਨਹੀਂ ਬੀਜੀਆਂ, ਜਾਂ ਬੀਜੀਆਂ ਤਾਂ ਉਹਦੇ ਕੀ ਮਤਲਬ ਨਿਕਲੇ, ਕਿੱਦਾਂ ਦੀ ਸੋਚ ਰੱਖ ਕੇ ਚੱਲੇ ਸੀ, ਕਿਉਂ ਉਹਨਾਂ ਨੂੰ ਬੰਦੂਕ ਹਥਿਆਰ ਤੱਕ ਪਹੁੰਚਣਾ ਪਿਆ। ਭਗਤ ਸਿੰਘ ਕਿੰਨਾ ਪੜ੍ਹਦੇ ਸੀ, ਕਿੰਨਾ ਨਹੀਂ ਪੜ੍ਹਦੇ ਸੀ, ਇਹਦੀ ਮੈਂ ਅੱਗੇ ਜਾ ਕੇ ਗੱਲ ਕਰੂੰਗਾ। ਪਰ ਸਵਾਲ ਤਾਂ ਇਹ ਹੈ, 2011 ਦੇ ਵਿੱਚ ਇਹ ਮਿੱਟੀ ਇੱਕ ਵੱਡਾ ਸਿਆਸਤਦਾਨ ਆਪਣੇ ਘਰ ਵੀ ਲੈ ਆਇਆ ਸੀ ਤੇ ਨਾਲ ਕਹਿੰਦਾ ਸੀ ਕਿ ਵੱਡਾ ਇਕੱਠ ਕਰਕੇ ਕਿ ਮੈਂ ਖਟਕੜ ਕਲਾਂ ਦੀ ਮਿੱਟੀ ਦੀ ਸਹੁੰ ਖਾਨਾ ਹੈ। ਮੈਂ ਤੁਹਾਨੂੰ ਸਾਰੇ ਪੱਖਾਂ ਤੋਂ ਜਾਣੂ ਕਰਾਉਣਾ ਹੈ ਕਿ ਸਾਡੇ ਸਿਆਸਤਦਾਨਾਂ ਨੇ ਉਸ ਮਿੱਟੀ ਦੀ ਸਹੁੰ ਖਾ ਕੇ ਪੂਰਾ ਕੀਤਾ, ਉਸ ਤਰੀਕੇ ਦੇ ਨਾਲ ਚੱਲੇ ਹੋ ਨਹੀਂ। ਫਿਰ ਉਸ ਤੋਂ ਬਾਅਦ ਇੱਕ ਨਵੀਂ ਪਾਰਟੀ ਆਉਂਦੀ ਹੈ, ਉਹ ਸਹੁੰ ਵੀ ਉੱਥੇ ਜਾ ਕੇ ਚੱਕਦੀ ਹੈ ਖਟਕੜ ਕਲਾਂ ਦੇ ਵਿੱਚ, ਕਿ ਉਸ ਤੋਂ ਬਾਅਦ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਦੇ ਰਹੀ ਹੈ, ਦੇ ਸਕਦੀ ਹੈ। ਇਹ ਇੱਕ ਸਵਾਲ ਨੇ, ਕੋਈ ਕਿਸੇ ਤਰੀਕੇ ਦਾ ਕਿਸੇ ਤੇ ਧੱਬਾ ਨਹੀਂ। ਹਾਂ, ਹੋ ਸਕਦਾ ਹੈ ਕਿ ਦੇ ਰਹੇ ਹੋਣ, ਮੇਰੀ ਸਮਝ ਨਾ ਹੋਵੇ, ਤੇ ਹੋ ਸਕਦਾ ਹੈ ਦੇ ਦੇਣ, ਹਾਲੇ ਉਹ ਸਟ੍ਰੈਟਜੀ 'ਚ ਹੋਣ। ਪਰ ਮੈਂ ਕਹਿੰਦਾ ਕਿ ਸ਼ਹੀਦਾਂ ਦੀ ਮਿੱਟੀ, ਸ਼ਹੀਦਾਂ ਦੇ ਰੰਗ ਪੱਗਾਂ ਦੇ ਤੇ ਸ਼ਹੀਦਾਂ ਦੇ ਨਾਅਰਿਆਂ ਦੀ ਵਰਤੋਂ ਅੱਜ ਸਾਡੀ ਉਹ ਪੀੜ੍ਹੀ ਚੰਗੇ ਤਰੀਕੇ ਨਾਲ ਨਹੀਂ ਕਰਦੀ ਜਿਨ੍ਹਾਂ ਨੇ ਕਰਨੀ ਹੈ ਤੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਕਰਨੀ ਹੈ। ਦੇਖੋ, ਸਿਆਸਤ ਹੈ ਤੇ ਸਿਆਸਤਦਾਨ ਹੈ, ਲੀਡਰ ਹੈ, ਸਮਾਜਿਕ ਹੈ, ਧਾਰਮਿਕ ਹੈ, ਰਾਜਨੀਤਿਕ ਹੈ, ਉਹ ਅਗਲੀ ਪੀੜ੍ਹੀ ਨੂੰ ਫੋਲੋ ਕਰਕੇ ਪੈਦਾ ਹੁੰਦਾ ਹੈ। ਅਸੀਂ ਕਿਹਨਾਂ ਨੂੰ ਫੋਲੋ ਕਰੀਏ ਜੀ? ਅੱਜ ਪੰਜਾਬ ਰੋਲ ਮਾਡਲ ਤੋਂ ਊਣਾ ਹੈ। ਦੱਸੋ, ਉਂਗਲ ਤੱਕ ਕੇ ਦੱਸੋ ਕਿ ਕਿਹਦੇ ਵਰਗੇ ਬਣ ਜਾਈਏ। ਜੇਕਰ ਅਸੀਂ ਜੀਵਤ ਲੋਕਾਂ ਦੀ ਗੱਲ ਕਰੀਏ, ਹਾਂ, ਜੇ ਅਸੀਂ ਸ਼ਹੀਦਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਗੱਲ ਕਰੀਏ ਤਾਂ ਅਥਾਹ
ਅਥਾਹ ਵੱਡਾ ਖਜ਼ਾਨਾ ਹੈ ਸਾਡੇ ਕੋਲੇ, ਕੁਰਬਾਨੀਆਂ ਦਾ ਅਥਾਹ ਵੱਡਾ ਸਾਡੇ ਕੋਲੇ ਖਜ਼ਾਨਾ ਹੈ, ਗਿਆਨ ਦਾ। ਪਰ ਅੱਜ ਖਟਕੜ ਕਲਾਂ ਦੀ ਮਿੱਟੀ ਵੀ ਕਹਿੰਦੀ ਹੋਊਗੀ ਕਿ ਜਿਹੜੇ ਭਾਈ ਮੁੱਠਾਂ ਭਰ ਕੇ ਲੈ ਗਏ ਨੇ ਮਿੱਟੀ ਦੀਆਂ, ਜਿਹੜੇ ਨੇ ਕਸਮਾਂ ਖਾਧੀਆਂ ਸੀ, ਸਿਰਫ ਮੈਲ ਹੀ ਕੀਤਾ, ਇਸ ਤੋਂ ਅੱਗੇ ਕੁਝ ਨਹੀਂ ਕੀਤਾ। ਅਗਲਾ ਤੇ ਅਹਿਮ ਨੁਕਤਾ, ਹਿੰਸਾ ਜਾਂ ਕਿਤਾਬ। ਇਹ ਇੱਕ ਸਵਾਲ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਜਦੋਂ ਫਾਂਸੀ ਦੇ ਲਈ ਜੇਲ੍ਹ 'ਚੋਂ ਬੁਲਾਇਆ ਜਾਂਦਾ ਨਾ, ਤਾਂ ਉਸ ਵਕਤ ਵੀ ਉਹ ਕਿਤਾਬ ਪੜ੍ਹ ਰਹੇ ਸੀ। ਉਹ ਕਿਤਾਬ ਨੂੰ ਕਿੰਨਾ ਪ੍ਰੇਮ ਕਰਦੇ ਸੀ, ਕਿੰਨਾ ਪੜ੍ਹਦੇ ਸੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਨਾ। ਤਾਂ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਕਹਿਣ ਦਾ ਭਾਵ ਕਿ ਉਹ ਇੱਕ ਕ੍ਰਾਂਤੀਕਾਰੀ ਕਿਤਾਬ ਪੜ੍ਹ ਰਹੇ ਸੀ। ਇੱਥੋਂ ਪਤਾ ਲੱਗਦਾ ਕਿ ਉਹ ਕਿੱਦਾਂ ਦਾ ਲਿਟਰੇਚਰ ਪੜ੍ਹਦੇ ਸੀ, ਉਹ ਕਿਤਾਬਾਂ ਦੇ ਨਾਲ ਜੁੜੇ ਸੀ ਜਾਂ ਨਹੀਂ ਜੁੜੇ ਸੀ। ਹੁਣ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜੂ ਕਿ ਅਸੀਂ ਕਿਉਂ ਖਰੀਦਣੀ ਹੈ ਜੀ ਉਹ ਕਿਤਾਬ, ਅਸੀਂ ਕਿਉਂ ਖਰੀਦਣਾ ਹੈ ਹਥਿਆਰ, ਅਸੀਂ ਕਿੱਦਾਂ ਦਾ ਸਾਹਿਤ ਪੜ੍ਹਨਾ ਹੈ। ਸ਼ਹੀਦ ਆਜ਼ਮ ਭਗਤ ਸਿੰਘ ਦੀ ਕਿਤਾਬ ਹੈ ਨੌਜਵਾਨਾਂ ਨਾਲ ਦੋ ਗੱਲਾਂ। ਪੜ੍ਹ ਕੇ ਦੇਖਿਓ ਸਾਡੇ ਨੌਜਵਾਨ ਵੀਰੋ, ਪੜ੍ਹ ਕੇ ਦੇਖਿਓ, ਤੁਹਾਨੂੰ ਪਤਾ ਲੱਗੂਗਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਕਿੱਦਾਂ ਦੀ ਸੋਚ ਰੱਖਦੇ ਸੀ, ਕਿਤਾਬਾਂ ਪ੍ਰਤੀ ਕਿੱਦਾਂ ਦਾ ਨਜ਼ਰੀਆ ਰੱਖਦੇ ਸੀ। ਇਸ ਤੋਂ ਅੱਗੇ ਕਿਤਾਬ ਨੂੰ ਪੜ੍ਹਨ ਦਾ ਵੀ ਇੱਕ ਤਰੀਕਾ ਹੁੰਦਾ ਹੈ, ਕਿਤਾਬਾਂ ਨੂੰ ਪੜ੍ਹਾਉਣ ਦਾ ਵੀ ਤਰੀਕਾ ਹੁੰਦਾ ਹੈ। ਜੇਕਰ ਤੁਸੀਂ ਕੋਈ ਸਾਂਝਾ ਮਸਲਾ ਦੇਵੋਗੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਤੇ ਅਗਲੇ ਦਿਨ ਸਾਡੇ ਦੋਸਤ, ਸਾਡੇ ਵਿਦਿਆਰਥੀ, ਸਾਡੇ ਬੱਚੇ ਤੇ ਇੱਥੋਂ ਤੱਕ ਕਿ ਸਾਡੀ ਵਰਗੇ ਮਾਪੇ ਵੀ ਬੈਠ ਕੇ ਉਹਦੇ ਉੱਤੇ ਬਹਿਸ ਕਰਨਗੇ, ਤਾਂ ਨਜ਼ਰੀਏ ਬਣਾਉਣਗੇ, ਉਹ ਐਂਗਲ ਬਣਾਉਣਗੇ, ਉਸ ਦੇ ਉੱਤੇ ਸੋਚ ਤਿਆਰ ਕਰਨਗੇ। ਪਰ ਅੱਜ ਕੀ ਹੈ, ਅੱਜ ਸਾਡੇ ਕੋਲੇ ਸਿਲੇਬਸ ਦੀਆਂ ਕਿਤਾਬਾਂ ਦੇ ਭਰੇ ਹੋਏ ਬੈਗ ਨੇ ਦੋਸਤੋ। ਉਹਦੇ ਚੋਂ ਸਿਰਫ ਸਰਟੀਫਿਕੇਟ ਨਿਕਲ ਰਿਹਾ, ਹੋਰ ਉਹਦੇ ਚੋਂ ਕੁਝ ਨਹੀਂ ਨਿਕਲ ਰਿਹਾ, ਨਜ਼ਰੀਆ ਨਹੀਂ ਨਿਕਲ ਰਿਹਾ। ਸਾਨੂੰ ਇਹ ਕੋਸ਼ਿਸ਼ਾਂ ਆਪ ਕਰਨੀਆਂ ਪੈਣਗੀਆਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਅਸੀਂ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਦੇ ਨਾਲ ਜੋੜੀਏ, ਚੰਗੀ ਡਿਸਕਸ਼ਨ ਦੇ ਨਾਲ ਜੋੜੀਏ। ਸੰਵਾਦ ਕਰਨਾ ਕਾਫੀ ਜ਼ਰੂਰੀ ਹੈ। ਸਿੱਧ ਗੋਸ਼ਟ, ਜਦੋਂ ਅਸੀਂ ਗੱਲ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਸਿੱਧਾਂ ਦੇ ਨਾਲ ਜਿਹੜਾ ਉਹਨਾਂ ਨੇ ਗੋਸ਼ਟ ਕੀਤਾ ਸੀ, ਵਿਚਾਰ ਵਟਾਂਦਰਾ ਕੀਤਾ ਸੀ। ਮੈਂ ਇਤਿਹਾਸ 'ਚੋਂ ਗੱਲਾਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਸਾਨੂੰ ਜੁੜਨ ਦੀ ਜ਼ਰੂਰਤ ਹੈ ਇਹਨਾਂ ਗੱਲਾਂ ਦੇ ਨਾਲ। ਬਹਿਸਾਂ ਹੋਣੀਆਂ ਚਾਹੀਦੀਆਂ ਕਲਾਸਾਂ ਦੇ ਵਿੱਚ, ਡਿਸਕਸ਼ਨ ਹੋਣੀ ਚਾਹੀਦੀ ਹੈ। ਵਿਦਿਆਰਥੀ ਕਿਤਾਬਾਂ 'ਤੇ ਅੱਜ ਡਿਸਕਸ਼ਨ ਨਹੀਂ ਕਰਦੇ। ਅੱਜ ਉਹ ਕਹਿੰਦੇ ਨੇ ਕਿ ਮੇਰੇ ਫੋਨ ਦੇ ਕੈਮਰੇ ਦੀ ਕਲੈਰਿਟੀ ਜ਼ਿਆਦਾ ਹੈ, ਉਹ ਕਹਿੰਦਾ ਜੀ ਮੇਰਾ ਬੁਲਟ ਆ ਜਿਹੜਾ ਵੱਡੇ ਪੜਾਕੇ ਮਾਰਦਾ ਹੈ, ਉਹ ਕਹਿੰਦਾ ਸਾਡੇ ਕੋਲੇ ਜਾਇਦਾਦ ਇੰਨੀ ਹੈ, ਉਹ ਕਹਿੰਦਾ ਸਾਡੇ ਕੋਲੇ ਕੋਠੀ ਇੱਥੇ ਹੈ, ਉਹ ਕਹਿੰਦਾ ਜੀ ਮੇਰੇ ਕੋਲੇ ਆਹ ਸੌਫਟਵੇਅਰ ਚੱਲਦਾ, ਤੇਰੇ ਕੋਲੇ ਚੱਲਦਾ ਹੀ ਨਹੀਂ। ਉਹ ਦਿਖਾਉਂਦਾ ਕਿ ਮੈਂ ਗੇਮ ਦੀਆਂ ਆਹ ਸਟੇਜਾਂ ਪਾਰ ਕਰ ਗਿਆ, ਤੂੰ ਹਜੇ ਇਹ ਡਾਊਨਲੋਡ ਹੀ ਨਹੀਂ ਕੀਤੀ। ਇੱਦਾਂ ਦੀਆਂ ਬਹਿਸਾਂ ਜੇਕਰ ਹੋਣਗੀਆਂ ਤਾਂ ਕਿੱਦਾਂ ਦਾ ਸਮਾਜ ਤੁਸੀਂ ਸਿਰਜੋਗੇ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਬਹਿਸਾਂ ਹੋਣੀਆਂ ਚਾਹੀਦੀਆਂ ਇੱਦਾਂ ਦੀਆਂ ਗੱਲਾਂ ਦੇ ਉੱਤੇ ਜਿਹੜੀਆਂ ਸਾਡੇ ਸ਼ਹੀਦਾਂ, ਸਾਡੇ ਇਤਿਹਾਸ ਦੀ ਨੁਕਤਾਚੀਨੀ ਤੋਂ ਭਾਵ ਹੈ ਉਹਦੇ 'ਚੋਂ ਸਿੱਖਣ, ਉਹਦੇ 'ਚੋਂ ਕੁਝ ਕੱਢ ਕੇ ਲੈ ਕੇ ਆਉਣ, ਤੇ ਇਹ ਬੜਾ ਜ਼ਰੂਰੀ ਹੈ। ਆਖਰ ਦੇ ਉੱਤੇ ਕੁਝ ਗੱਲਾਂ ਮੈਂ ਤੁਹਾਡੇ ਨਾਲ ਹੋਰ ਕਰਦਾ। ਉਹਦੇ ਵਿੱਚ ਜ਼ਰੂਰੀ ਗੱਲ ਹੈ ਕਿ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਿਹਾ ਗਿਆ ਕਿ ਚਲੋ ਜੀ ਹੁਣ ਫਾਂਸੀ ਦੇ ਲਈ ਤੁਹਾਨੂੰ ਜਾਣਾ ਪਊਗਾ, ਤਾਂ ਉਸ ਵਕਤ ਉਹ ਲੈਨਨ ਦੀ ਜੀਵਨੀ ਪੜ੍ਹ ਰਹੇ ਸੀ, ਤਾਂ ਉਹਨਾਂ ਨੇ ਉਹ ਪੰਨਾ ਮੋੜ ਦਿੱਤਾ। ਦੇਖੋ ਆਸਵੰਦ ਕਿੰਨਾ ਹੋਣਾ ਚਾਹੀਦਾ ਬੰਦੇ ਨੂੰ ਜ਼ਿੰਦਗੀ ਵਿੱਚ। ਆਸਵੰਦ ਉਹ ਇੰਨੇ ਸੀ ਕਿ ਸਾਡੇ ਨੌਜਵਾਨ ਇਹ ਲੈਨਨ ਦੀ ਕਿਤਾਬ ਨੂੰ ਚੱਕਣਗੇ, ਇਸ ਜੀਵਨੀ ਨੂੰ ਅੱਗੇ ਪੜ੍ਹਨਗੇ ਤਾਂ ਕੁਝ ਸਿੱਖਣਗੇ ਤੇ ਮੇਰੇ ਵਾਲੇ ਰਸਤੇ ਤੇ ਤੁਰਨਗੇ, ਇੱਕ ਵਧੀਆ ਸਮਾਜ ਸਿਰਜਣਗੇ, ਸਮਾਜਵਾਦੀ ਸੋਚ ਨੂੰ ਅੱਗੇ ਲੈ ਕੇ ਜਾਣਗੇ। ਪਰ ਅਸੀਂ ਤਾਂ ਦੋਸਤੋ ਉਹ ਲੈਨਨ ਦੀ ਜੀਵਨੀ ਵਾਲੀ ਕਿਤਾਬ ਸ਼ਾਇਦ ਵੇਖੀ ਵੀ ਨਹੀਂ ਹੋਣੀ ਬਹੁਤਿਆਂ ਨੇ, ਤੇ ਬਹੁਤਿਆਂ ਨੇ ਮੇਰੇ ਤੋਂ ਸਭ ਤੋਂ ਵੱਡਿਆਂ ਤੋਂ ਵੱਧ ਵੀ ਪੜ੍ਹੀ ਹੋਊਗੀ। ਇਹ ਜ਼ਰੂਰੀ ਹੈ। ਜਿਨ੍ਹਾਂ ਨੇ ਪੜ੍ਹੀ ਆ ਉਹਨਾਂ ਨੂੰ ਸਲਾਮ ਹੈ, ਉਹਨਾਂ ਦਾ ਸਤਿਕਾਰ ਹੈ, ਤੇ ਜਿਨ੍ਹਾਂ ਨੇ ਨਹੀਂ ਪੜ੍ਹੀ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੋਂ ਭਗਤ ਸਿੰਘ ਨੇ ਲੈਨਨ ਦੀ ਜੀਵਨੀ ਦਾ ਪੰਨਾ ਮੋੜਿਆ ਸੀ ਨਾ, ਉਸ ਪੰਨੇ ਨੂੰ ਸਿੱਧਾ ਕਰੋ ਤੇ ਪੜ੍ਹਨਾ ਸ਼ੁਰੂ ਕਰੋ। ਸਿੱਖੋਗੇ, ਤੁਹਾਨੂੰ ਪਤਾ ਲੱਗੂਗਾ। ਹਾਂ, ਜੇਕਰ ਤੁਸੀਂ ਸਮੇਂ ਦੀ ਸਿਆਸਤ ਤੋਂ ਕੋਈ ਉਮੀਦ ਰੱਖਦੇ ਹੋ ਤਾਂ ਮਾਫ ਕਰਨਾ, ਇਹ ਸਮੇਂ ਦੀ ਸਿਆਸਤ ਦੇ ਵਿੱਚ ਤੁਹਾਨੂੰ ਉਤਰਨਾ ਪਊਗਾ, ਆਪਣੀ ਸੋਚ ਬਣਾਉਣੀ ਪਊਗੀ। ਮੈਂ ਫਿਰ ਕਹਿੰਦਾ ਕਿ ਇਹ ਸਮਾਜ ਲੀਡਰ ਸਿਰਜਦਾ ਹੈ, ਪਰ ਲੀਡਰ ਸਿਰਜਿਆ ਜਾਂਦਾ ਇਤਿਹਾਸ 'ਚੋਂ, ਲੀਡਰ ਸਿਰਜਿਆ ਜਾਂਦਾ ਕਿਤਾਬ 'ਚੋਂ, ਲੀਡਰ ਸਿਰਜਿਆ ਜਾਂਦਾ ਐਨਵਾਇਰਨਮੈਂਟ 'ਚੋਂ। ਸਾਡੇ ਕੋਲੇ ਕੀ ਹੋਇਆ ਜੇ ਅੱਜ ਪੰਜਾਬ ਦਾ ਐਨਵਾਇਰਨਮੈਂਟ ਸਾਥ ਨਹੀਂ ਦੇ ਰਿਹਾ, ਪਰ ਸਾਡੇ ਕੋਲੇ ਇਤਿਹਾਸ ਬੜਾ ਅਮੀਰ ਹੈ, ਸਾਡੇ ਕੋਲੇ ਸਾਡਾ ਲਿਟਰੇਚਰ ਬੜਾ ਅਮੀਰ ਹੈ, ਸਾਡੇ ਕੋਲੇ ਸਾਡੀ ਗੁਰਬਾਣੀ, ਸਾਡੇ ਸਾਰੇ ਧਰਮਾਂ ਦੇ ਅਕੀਦੇ ਬੜੇ ਅਮੀਰ ਨੇ, ਅਸੀਂ ਉੱਥੋਂ ਸਿੱਖ ਸਕਦੇ ਹਾਂ। ਪਰ ਆਖਰ ਦੇ ਉੱਤੇ ਇੱਕ ਸ਼ੇਅਰ ਦੇ ਨਾਲ ਮੈਂ ਸਮਾਪਤੀ ਕਰਦਾ ਕਿ ਦੇਸ਼ ਨੂੰ ਬਚਾਉਣ ਲਈ ਤੂੰ ਆਪਾ ਵਾਰ ਦਿੱਤਾ, ਇਹਨਾਂ ਬੇਗੈਰਤਾਂ ਨੇ ਤੈਨੂੰ ਦਿਲੋਂ ਵਸਾਰ ਦਿੱਤਾ। ਅੱਜ ਕੱਲ੍ਹ ਸਿਆਸਤ ਤੇਰੇ ਨਾਂ 'ਤੇ ਖਾਂਦੀ ਰੋਟੀ, ਪਹਿਲਾਂ ਗੋਰਿਆਂ ਸਾਨੂੰ ਲੁੱਟਿਆ ਸੀ, ਹੁਣ ਕਾਲੇ ਖਾਂਦੇ ਬੋਟੀ ਬੋਟੀ, ਹੁਣ ਕਾਲੇ ਖਾਂਦੇ ਬੋਟੀ ਬੋਟੀ। ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।